ਮਿੰਟੂ ਜੀ, ਅਡਾਨੀ ਤੇ ਮੋਦੀ ਦੇ ਵਿਚਕਾਰ ਜੋ ਆਪਸ ਦੇ ਵਿੱਚ ਇਹਨਾਂ ਦਾ ਜੋ ਆਪਸਦਾਰੀ ਹੈ, ਸਦਨ ਦੇ ਵਿੱਚ ਉਹਦੀ ਅੱਜ ਫਰੋਲਾ ਫਰਾਲੀ ਕੀਤੀ ਗਈ, ਇਹਨੂੰ ਲੈ ਕੇ ਬਹਿਸ ਵਸਈਆ ਹੋਇਆ। ਕੀ ਵੇਰਵਾ ਜੀ? ਜੀ ਬਿਲਕੁਲ, ਇਹ ਤੇ ਵੈਸੇ ਕਈ ਦਿਨ ਦਾ ਹੁਣ ਉੱਥੇ ਤੁਸੀਂ ਦੇਖੋਗੇ ਤਾਂ ਰੌਲਾ ਰੱਪਾ ਚੱਲਦਾ। ਸਦਨ ਦੀ ਕਾਰਵਾਈ ਜਿਹੜੀ ਆ ਉਹ ਬਿਲਕੁਲ ਇੱਕ ਤਰ੍ਹਾਂ ਨਾਲ ਬੰਦ ਹੋਈ ਪਈ ਆ। ਇਸ ਮੁੱਦੇ ਤੇ ਵਿਰੋਧੀ ਧਿਰ ਦੀ ਇੱਕੋ ਇੱਕ ਡਿਮਾਂਡ ਆ ਕਿ ਜੇਪੀਸੀ ਬਣਾ ਦਿੱਤੀ ਜਾਵੇ, ਯਾਨੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾ ਦਿੱਤੀ ਜਾਵੇ। ਪਰ ਅੱਜ ਤੁਹਾਨੂੰ ਪਤਾ ਹੀ ਹੈ, ਜਿਹਨੂੰ ਇਹਨਾਂ ਨੇ ਇੱਕ ਲਕਬ ਦਿੱਤਾ ਸੀਗਾ, ਨਾਂ ਦਿੱਤਾ ਸੀਗਾ ਪੱਪੂ, ਹੁਣ ਦਾੜੀ ਵਧਾਈ ਹੋਈ ਆ ਰਾਹੁਲ ਗਾਂਧੀ ਨੇ, ਤਾਂ ਉਹ ਸਦਨ ਦੇ ਵਿੱਚ ਆਇਆ ਤਾਂ ਇਹ ਜਿਹੜੀ ਉਹਦੀ ਤਕਰੀਰ ਸੀ ਉਹ 45 ਮਿੰਟ ਦੀ ਸੀਗੀ। 45 ਮਿੰਟ ਦੇ ਵਿੱਚ ਥੋੜਾ ਸ਼ੋਰ ਛੱਪਾ ਤੇ ਫਿਰ ਤੁਹਾਨੂੰ ਪਤਾ ਹੀ ਆ ਹੋਣਾ ਹੀ ਆ, ਕਿਉਂਕਿ ਗੱਲ ਅਡਾਨੀ ਦੀ ਚੱਲ ਪਈ ਜੀ। ਉਹਨੇ ਬੜੇ ਸਹਿਜ ਮਤੇ ਨਾਲ, ਬੜੇ ਤੌਰ ਤਰੀਕੇ ਦੇ ਨਾਲ ਗੱਲ ਸਟਾਰਟ ਕੀਤੀ ਕਿ ਮੈਂ ਦੇਖੋ ਯਾਤਰਾ ਤੋਂ ਆਇਆ, ਤੁਰਨਾ ਬਹੁਤ ਔਖਾ ਹੈ, ਲੋਕ ਮਿਲਦੇ ਨੇ, ਗੱਲਾਂ ਕਰਦੇ ਨੇ, ਤੇ ਉਹ ਅਕਸਰ ਪੁੱਛਿਆ ਕਰਦੇ ਸੀ ਕਿ ਇਹ ਜੀ ਅਡਾਨੀ ਤੇ ਮੋਦੀ ਸਾਹਿਬ ਦਾ ਕੀ ਰਿਸ਼ਤਾ ਹੈ। ਮਤਲਬ ਕਿ ਇੱਥੋਂ ਘੇਰਾਬੰਦੀ ਸ਼ੁਰੂ ਹੁੰਦੀ ਆ ਤਾਂ ਰਾਹੁਲ ਗਾਂਧੀ ਫਿਰ ਸਵਾਲ ਦਰ ਸਵਾਲ। 45 ਮਿੰਟ ਬਹੁਤ ਹੁੰਦੇ ਆ ਨਾ, ਕਿ 2014 ਦੇ ਵਿੱਚ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਲਿਸਟ ਦੇ ਵਿੱਚ 609ਵੇਂ ਨੰਬਰ ਤੇ ਸੀਗਾ, ਇਹ ਤੀਜੇ ਤੇ ਕਿੱਦਾਂ ਪਹੁੰਚ ਗਿਆ? ਭਾਈ ਲੋਕ ਇਹੀ ਤੇ ਪੁੱਛਦੇ ਆ ਨਾ ਕਿ ਜਾਦੂ, ਤੇਰਾ ਜਾਦੂ ਚੱਲ ਗਿਆ, ਇਹ ਕੀ ਜਾਦੂ ਚੱਲ ਗਿਆ ਬਈ, ਐਸਾ ਕੀ ਜਾਦੂ ਹੈ? ਖੈਰ, ਦੂਜੇ ਨੰਬਰ ਤੇ ਹੋਰ ਉਹਨਾਂ ਨੇ ਸਵਾਲ ਪੁੱਛੇ ਕਿ ਬਈ $8 ਬਿਲੀਅਨ ਤੋਂ $140 ਬਿਲੀਅਨ ਤੇ ਕਿਵੇਂ ਪਹੁੰਚ ਗਏ। ਫਿਰ ਤਸਵੀਰ ਵੀ ਦਿਖਾਈ ਗਈ। ਸਪੀਕਰ ਸਾਹਿਬ ਨੇ ਆਖਿਆ ਕਿ ਨਹੀਂ ਪੋਸਟਰਬਾਜ਼ੀ ਨਹੀਂ ਚੱਲੇਗੀ। ਤਾਂ ਉਸ ਫੋਟੋ ਦੇ ਵਿੱਚ ਇੱਕ ਸ਼ਾਇਦ ਜਹਾਜ਼ 'ਚ ਬੈਠੇ ਨਜ਼ਰ ਆਉਂਦੇ ਆ ਅਡਾਨੀ ਸਾਹਿਬ ਤੇ ਮੋਦੀ ਸਾਹਿਬ। ਤੇ ਵੈਸੇ ਤੇ ਉਹ ਜਦੋਂ ਸਹੁੰ ਚੁੱਕਣ ਆਏ ਸਨ ਬਤੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤਾਂ ਜਦੋਂ ਦਿੱਲੀ ਪਹੁੰਚ ਰਹੇ ਸੀ ਉਹ ਤੇ ਜਹਾਜ਼ ਹੀ ਅਡਾਨੀ ਆਉਂਦਾ ਸੀਗਾ। ਉਹ ਤਸਵੀਰ ਵੀ ਹਾਲੇ ਰਿਕਾਰਡ 'ਚ ਪਈ ਆ। ਤਾਂ ਖੈਰ ਫਿਰ ਏਅਰਪੋਰਟ ਕਿੱਦਾਂ ਦਿੱਤੇ ਗਏ ਇਹਦੇ ਤੇ ਵੀ ਗੱਲ ਹੋਈ ਕਿ ਨਿਯਮ ਬਦਲ ਕੇ ਉਹ ਸਾਰੇ ਏਅਰਪੋਰਟ ਜਿਹੜੇ ਸੀਗੇ ਉਹ ਇਹਨਾਂ ਨੂੰ ਦੇ ਦਿੱਤੇ ਗਏ। ਹੋਰ ਵੀ ਕਈ ਗੱਲਾਂ ਨੇ। ਫਿਰ ਇੱਥੋਂ ਤੱਕ ਕਹਿ ਦਿੱਤਾ ਕਿ ਅੱਜ ਏਅਰਪੋਰਟ ਜਿੰਨੇ ਆ ਉਹਦੀ ਕੱਲੀ ਦੀ ਹਿੱਸੇਦਾਰੀ ਜਿਹੜੀ 24% ਜਿਹੜੀ ਆ ਉਹ ਅਡਾਨੀ ਗਰੁੱਪ ਦੇ ਕੋਲ ਆ ਜੀ। ਫਿਰ ਨਾਲ ਉਹਨਾਂ ਨੇ ਕਿਹਾ ਕਿ ਜਿੱਥੇ ਮੋਦੀ ਸਾਹਿਬ ਜਾਂਦੇ ਆ, ਜੇ ਆਸਟ੍ਰੇਲੀਆ ਜਾਂਦੇ ਆ ਤਾਂ ਕੰਟਰੈਕਟ, ਜੇ ਬੰਗਲਾਦੇਸ਼ ਜਾਂਦੇ ਆ ਤਾਂ ਕੰਟਰੈਕਟ, ਵੀ ਕਿਤੇ ਵੀ ਜਾਂਦੇ, ਇਜ਼ਰਾਈਲ 'ਚ ਜਾਂਦੇ ਆ ਤਾਂ ਕੰਟਰੈਕਟ। ਮਤਲਬ ਕਿ ਜਿੱਥੇ ਵੀ ਜਾਂਦੇ ਆ ਅਡਾਨੀ, ਉਹ ਜਿਵੇਂ ਨਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਤਾਂ ਉਹੀ ਹਿਸਾਬ ਕਿਤਾਬ ਹੈ। ਉਹ ਕਹਿੰਦੇ ਕਿ ਵੀ ਜਿੱਥੇ ਇਹ ਜਾਂਦੇ ਨੇ ਕੰਟਰੈਕਟ ਉੱਥੋਂ ਇਹ ਅਡਾਨੀ ਸਾਹਿਬ ਨੂੰ ਮਿਲ ਜਾਂਦਾ ਹੈ। ਤਾਂ ਖੈਰ ਇਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦੀ ਲੰਮੀ ਸਪੀਚ ਸੀਗੀ, ਜਿਹਦੇ ਵਿੱਚ ਪਬਲਿਕ ਸੈਕਟਰ ਬੈਂਕਾਂ ਦਾ ਜਿਹੜਾ ਲੋਨ ਹੈ ਉਹਦਾ ਵੀ ਚਰਚਾ ਹੋਇਆ। ਫਿਰ ਕੁਝ ਸਵਾਲਾਤ ਜਿਹੜੇ ਸੀ ਕਿ ਬਈ ਹਿੰਡਨਬਰਗ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਦੇਸ਼ ਦੇ ਬਾਹਰ ਅਡਾਨੀ ਜੀ ਨੇ ਸ਼ੈਲ ਕੰਪਨੀਆਂ ਬਣਾਈਆਂ ਨੇ। ਸ਼ੈਲ ਕੰਪਨੀਆਂ ਤੁਸੀਂ ਸਮਝਦੇ ਹੋ, ਫਰਜ਼ੀ ਇੱਕ ਤਰ੍ਹਾਂ ਨਾਲ, ਕਿ ਬਈ ਸਰਕਾਰ ਦੱਸੇ ਇਹ ਕੰਪਨੀਆਂ ਕਿਹਦੀਆਂ ਨੇ, ਸ਼ੈਲ ਕੰਪਨੀਆਂ ਤੋਂ ਜਿਹੜਾ ਪੈਸਾ ਆ ਰਿਹਾ ਉਹ ਕਿਹਦਾ ਹੈ। ਤਾਂ ਇਸ ਤਰ੍ਹਾਂ ਕੁੱਲ ਮਿਲਾ ਕੇ ਉਹ 7-8 ਸਵਾਲ ਨੇ ਕਿ ਕਿੰਨੀ ਵਾਰੀ ਤੁਹਾਡੀ ਵਿਦੇਸ਼ ਯਾਤਰਾ ਦੇ ਵਿੱਚ ਅਡਾਨੀ ਜੀ ਨੇ ਤੁਹਾਡੇ ਨਾਲ ਮੁਲਾਕਾਤ ਕੀਤੀ। ਸਾਫ਼ ਹੈ, ਸਪਸ਼ਟ ਹੈ ਕਿ ਬੜੀ ਬਰੀਕੀ ਦੇ ਨਾਲ ਉਹਨਾਂ ਸਾਰੀਆਂ ਚੀਜ਼ਾਂ ਦਾ ਅਧਿਐਨ ਕਰਕੇ, ਜਿਹੜੀਆਂ ਕਿ ਸ਼ਾਇਦ ਰਿਕਾਰਡ ਤੇ ਵੀ ਪਈਆਂ ਹੋਣਗੀਆਂ, ਇਹਨਾਂ ਨੇ ਸਾਰੀਆਂ ਸੰਗ੍ਰਹਿਤ ਕਰਕੇ, ਇਕੱਠੀਆਂ ਕਰਕੇ ਤੇ ਫਿਰ ਸਦਨ ਦੇ ਵਿੱਚ ਰੱਖ ਦਿੱਤੀਆਂ। ਮੈਂ ਸਮਝਦਾ ਕਿ ਇਹ ਇੱਕ ਅੱਛਾ ਮੂਵ ਸੀਗਾ ਵਿਜੇ ਜੀ। ਕਿਉਂਕਿ ਜਿਹੜੀ ਜੇਪੀਸੀ ਵਾਲੀ ਮੰਗ ਹੈ ਨਾ ਜੀ, ਜਿਹਦੀ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਓਪੋਜੀਸ਼ਨ ਇਹ ਮੰਗ ਕਰ ਰਹੀ ਆ ਜੀ, ਉਹਦੇ ਚੋਂ ਕੁਛ ਨਹੀਂ ਨਿਕਲਣਾ। ਫਰਜ਼ ਕਰੋ ਜੇਪੀਸੀ ਬਣ ਜਾਵੇ ਤਾਂ ਕੋਈ ਕੀ ਕਰੇਗਾ? ਕੋਈ ਕਿਉਂ? ਤੁਹਾਨੂੰ ਯਾਦ ਹੋਣਾ ਇੱਕ ਇਸੇ ਤਰ੍ਹਾਂ ਦਾ ਹੀ ਮਾਮਲਾ ਸੀਗਾ। ਇੱਕ ਤਾਂ ਹਰਸ਼ਦ ਮਹਿਤਾ ਵਾਲਾ ਬੜਾ ਫੇਮਸ ਹੈ ਨਾ, ਉਹਦੇ ਤੇ ਤਾਂ ਹੁਣ ਫਿਲਮ ਵੀ ਆਈ ਪਈ ਆ। ਇੱਕ ਕੇਤਨ ਪਾਰਖ, ਬਹੁਤ ਸਾਰੇ ਲੋਕਾਂ ਨੇ ਇਹ ਨਾਮ ਸੁਣਿਆ ਹੋਵੇਗਾ। ਤਾਂ ਇਹ ਵੀ ਇਸੇ ਤਰ੍ਹਾਂ ਦਾ ਹੀ ਸੀਗਾ, ਇਹਦਾ ਜੁਗਾੜ ਵੀ ਇਸੇ ਤਰ੍ਹਾਂ ਦਾ ਸੀਗਾ। ਉਸ ਮਾਮਲੇ 'ਚ ਜੇਪੀਸੀ ਬਣੀ ਸੀਗੀ, ਪਰ ਹੋਇਆ ਕਿ ਨਾ ਤਾਂ ਉਹ ਕਦੇ ਰਿਪੋਰਟ ਖੁੱਲੀ ਅੱਜ ਤੱਕ ਤੇ ਨਾ ਉਸ ਰਿਪੋਰਟ ਤੇ ਕਦੇ ਐਕਸ਼ਨ ਹੋਇਆ। ਤੇ ਹੁਣ ਜੰਗਲ 'ਚ ਮੋਰ ਨੱਚਿਆ ਕਿਹਨੇ ਦੇਖਿਆ ਜੀ?
ਉਹਦੇ ਚ ਕੀ ਹੈ ਕੀ ਨਹੀਂ ਹੈ, ਤਾਂ ਉਹਦਾ ਕੀ ਤੁੱਕ ਆ। ਤਾਂ ਮੈਂ ਇਹੀ ਗੱਲ ਸੋਚਦਾ ਸੀਗਾ ਕਿ ਜੇਪੀਸੀ ਵਾਲੀ ਤੇ ਡਿਮਾਂਡ ਜਿਹੜੀ ਇਹਨਾਂ ਦੀ ਨਾ ਬੜੀ ਫਜ਼ੂਲ ਜੀ ਲੱਗਦੀ ਅੱਜ ਦੀ ਘੜੀ ਦੇ ਵਿੱਚ। ਉਹ ਬਣਾ ਦੇਣਗੇ, ਸਗੋਂ ਉਹਨਾਂ ਨੂੰ ਤਾਂ ਟਾਈਮ ਮਿਲ ਜਾਏਗਾ ਜੀ, ਹੋਣਾ ਕੱਖ ਵੀ ਨਹੀਂ ਹੈ। ਤਾਂ ਇੱਧਰ ਕੀ ਹੈ ਕਿ ਇੱਥੇ ਜਿਹੜੇ ਇਹ ਸਵਾਲ ਕੀਤੇ ਜਾਣਗੇ, ਅੱਜ ਤੁਸੀਂ ਵੇਖੋ ਇਤਫਾਕ ਵੇਖੋ 45 ਮਿੰਟ ਦੀ ਜਿਹੜੀ ਇੱਕ ਇਹਨਾਂ ਦੀ ਸੀਗੀ ਕਹਿ ਲਓ ਪੂਰੀ ਜ਼ਬਰਦਸਤ ਤਕਰੀਰ, ਤਾਂ ਉਹਨੂੰ ਪ੍ਰਸਾਰਿਤ ਕੌਣ ਕਰ ਰਿਹਾ ਸੀਗਾ? ਜੀ, ਅੰਬਾਨੀ ਟੀਵੀ ਨੈਟਵਰਕ ਜਿਹੜਾ ਉਹ ਵੀ ਪ੍ਰਸਾਰਿਤ ਕਰ ਰਿਹਾ ਸੀਗਾ ਜੀ। ਤਾਂ 45 ਮਿੰਟ ਮਤਲਬ ਕਿ 45 ਮਿੰਟ ਦੀ ਸਪੀਚ ਦੇ ਵਿੱਚ ਜੋ ਰਾਹੁਲ ਗਾਂਧੀ ਨੇ ਕਹਿ ਦਿੱਤਾ, ਇਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਸ਼ਾਇਦ ਇਹਨਾਂ ਦਾ ਮੂਵ ਹੋਏਗਾ ਕਿ ਪ੍ਰਧਾਨ ਮੰਤਰੀ ਨੂੰ ਕੋਈ ਜਵਾਬ ਦੇਣਾ ਪੈ ਜਾਏ। ਜੀ, ਜੇ ਜਵਾਬ ਵੀ ਦੇਣਾ ਪੈ ਜਾਂਦਾ ਪ੍ਰਧਾਨ ਮੰਤਰੀ ਨੂੰ, ਹਾਲਾਂਕਿ ਉਹ ਤੁਹਾਨੂੰ ਪਤਾ ਹੈ ਠੋਕਮ ਠੋਕ ਤੇ ਉਹ ਵੀ ਬੜਾ ਕਰਦੇ ਨੇ, ਫਿਰ ਜਦੋਂ ਆਉਂਦੇ ਨੇ ਸਦਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਘੰਟਾ ਡੇਢ ਘੰਟਾ ਹਟਦੇ ਨਹੀਂ ਹੁੰਦੇ, ਫਿਰ ਤਾੜੀਆਂ ਮਾਰ ਕੇ ਤੇ ਬੜਾ ਗਜ਼ਬ ਦਾ ਭਾਸ਼ਣ ਹੁੰਦਾ ਉਹਦਾ ਵੀ। ਤਾਂ ਗੱਲ ਇਹ ਆ ਕਿ ਫਿਰ ਹੁਣ ਬੇਸ਼ੱਕ ਗਾ ਸੀ ਤੇ ਉਹ ਵੀ ਲਾਉਣਗੇ, ਪਰੰਤੂ ਜੇਕਰ ਇਸ ਤਰ੍ਹਾਂ ਹੁੰਦਾ ਹੈ ਤੇ ਇਹ ਇਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਤ ਹੋਏਗੀ ਆਪੋਜੀਸ਼ਨ ਦੇ ਤੌਰ ਤੇ ਜੇਪੀਸੀ ਵਾਲੀ ਤਾਂ ਅੱਗੇ ਕਹਾਣੀ ਜਿਹੜੀ ਹੈ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ। ਜੀ ਮਿੰਟੂ ਜੀ, ਜਿਹੜੇ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਤੇ ਜਿਨ੍ਹਾਂ ਨੂੰ ਆਪਣੇ ਮੰਤਰਾਲੇ ਤੋਂ ਵੀ ਫਿਰ ਅਸਤੀਫਾ ਦੇਣਾ ਪੈ ਗਿਆ ਸੀ ਹਰਿਆਣੇ 'ਚ, ਕਿਉਂਕਿ ਦੋਸ਼ ਬੜੇ ਗੰਭੀਰ ਲੱਗੇ ਸੀ। ਇੱਕ ਫੀਮੇਲ ਕੋਚ ਨੇ ਉਹਨਾਂ ਦੇ ਉੱਪਰ ਐਕਸਪਲੋਇਟੇਸ਼ਨ ਦੇ ਦੋਸ਼ ਲਗਾਏ ਸੀ। ਹੁਣ ਇਸ ਸਭ ਦੇ ਬਾਵਜੂਦ ਉਸ ਤੋਂ ਮਗਰੋਂ ਵੀ ਉਸ ਫੀਮੇਲ ਕੋਚ ਵੱਲੋਂ ਅਜੇ ਵੀ ਕਿਹਾ ਜਾ ਰਿਹਾ ਕਿ ਸੰਦੀਪ ਸਿੰਘ ਅਜੇ ਵੀ ਉਹਨਾਂ ਨੂੰ ਕੰਟੈਕਟ ਕਰ ਰਹੇ ਨੇ, ਤੰਗ ਪਰੇਸ਼ਾਨ ਕਰ ਰਹੇ ਨੇ। ਕੀ ਵੇਰਵਾ ਜੀ? ਹਾਂਜੀ ਦੇਖੋ, ਇਹਨਾਂ ਦਾ ਕਹਿਣਾ ਇਹ ਆ ਕਿ ਸੰਦੀਪ ਸਿੰਘ ਹਾਲੇ ਵੀ ਦਬਾਅ ਪਾ ਰਿਹਾ ਵਾ ਕਿ ਬਈ ਤੂੰ ਕੇਸ ਵਾਪਸ ਲੈ ਲਾ। ਇੱਥੋਂ ਤੱਕ ਉਹ ਕਹਿ ਰਹੀ ਹੈ ਕਿ ਜੋ ਫਰੈਂਡ ਸਰਕਲ ਦੇ ਵਿੱਚ ਮੇਰੇ ਮਿੱਤਰ ਨੇ ਉਹ ਵੀ ਕਹਿ ਰਹੇ ਆ ਕਿ ਵੇਖ ਲਾ ਕੀ ਬਣਿਆ, ਕੇਸ ਤੇ ਦਬ ਗਿਆ, ਸੀਐਮ ਜਿਹੜਾ ਸਪੋਰਟ ਕਰ ਰਿਹਾ। ਪਰ ਉਹ ਕਹਿੰਦੀ ਕਿ ਦੇਖੋ ਜੇ ਮੈਂ ਸਮਝੌਤੇ ਹੀ ਕਰਨੇ ਹੁੰਦੇ ਤਾਂ ਮੈਂ ਆਪਣੇ ਕੈਰੀਅਰ ਦੇ ਦੌਰਾਨ ਕਰਕੇ ਕਿਤੋਂ ਦੀ ਕਿਤੇ ਪਹੁੰਚ ਜਾਂਦੀ, ਪਰੰਤੂ ਮੈਂ ਅਜਿਹਾ ਨਾ ਪਹਿਲਾਂ ਕੀਤਾ ਨਾ ਮੈਂ ਹੁਣ ਕਰਾਂਗੀ, ਮੈਂ ਲੜਾਂਗੀ। ਜੀ, ਇੱਥੋਂ ਤੱਕ ਕਿਹਾ ਗਿਆ ਕਿ ਦੇਖੋ ਵਿਦਆਊਟ ਪੇ ਪ੍ਰੈਕਟਿਸ ਦਾ ਦਬਾਅ ਬਣਾਇਆ ਜਾ ਰਿਹਾ ਮੇਰੇ ਤੇ। ਯਾਨੀ ਉਹ ਮਹਿਲਾ ਕੋਚ ਹੈ ਜਿਹੜੀ, ਬੀਬੀ ਹੈ ਜਿਹੜੀ, ਉਹ ਇੱਕੋ ਗੱਲ ਕਹਿ ਰਹੀ ਹੈ, ਵਾਰ-ਵਾਰ ਇੱਕੋ ਗੱਲ ਕਹਿ ਰਹੀ ਹੈ ਕਿ ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲ ਬਦਤਮੀਜ਼ੀ ਹੋਈ, ਮੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ। ਬਲਕਿ ਉਸ ਤੋਂ ਬਾਅਦ ਉਹ ਵਾਰ-ਵਾਰ ਇੱਕੋ ਗੱਲ ਕਹਿ ਰਹੀ ਹੈ ਕਿ ਮੇਰੇ ਤੇ ਦਬਾਅ ਪਾਇਆ ਜਾ ਰਿਹਾ। ਵੈਸੇ ਤੁਸੀਂ ਜੇ ਦੇਖੋਗੇ ਤਾਂ ਸੰਦੀਪ ਸਿੰਘ ਹੁਣ ਇਸ ਮੁੱਦੇ ਤੇ ਖਾਮੋਸ਼ ਆ। ਜੀ, 26 ਜਨਵਰੀ ਤੇ ਗਿਆ ਸੀਗਾ ਝੰਡਾ ਫਹਿਰਾਉਣ, ਤੋਂ ਉੱਥੇ ਬੜਾ ਜ਼ਬਰਦਸਤ ਵਿਰੋਧ ਹੋਇਆ, ਉੱਥੋਂ ਨਮੋਸ਼ੀ ਦਾ ਮਾਰਿਆ ਨਿਕਲ ਗਿਆ। ਮੇਰਾ ਮੰਨਣਾ ਇਹ ਆ ਵਿਜੇ ਜੀ ਕਿ ਦੇਖੋ ਜੋ ਹੋਣਾ ਸੀ ਹੋ ਗਿਆ, ਜੋ ਹੋਣਾ ਉਹ ਤਾਂ ਕਿਸੇ ਦੇ ਹੱਥ ਨਹੀਂ ਹੁੰਦਾ। ਚਲੋ ਠੀਕ ਆ ਕਿ ਜੋ ਹੋਏਗਾ ਉਹ ਵੀ ਇਹਨਾਂ ਦੇ ਹੱਥ ਨਹੀਂ ਹੈ, ਪਰ ਮਸਲਾ ਇਹ ਆ ਕਿ ਜੋ ਤੁਹਾਡੇ ਤੇ ਦੋਸ਼ ਨੇ, ਠੀਕ ਹੈ ਨਾ, ਕੁਝ ਚੀਜ਼ਾਂ ਜਿਹੜੀਆਂ ਬੰਦੇ ਦੇ ਹੱਥ ਨਹੀਂ ਹੁੰਦੀਆਂ, ਕੁਝ ਚੀਜ਼ਾਂ ਤੁਹਾਡੇ ਹੱਥ ਨੇ। ਜਿਹੜੀ ਹੁਣ ਗੱਲ ਇਹ ਆ ਕਿ ਤੁਹਾਡੀ ਕਸੂਤੀ ਸਥਿਤੀ ਬਣ ਗਈ ਕਿ ਭਾਈ ਤੁਸੀਂ ਦੋਸ਼ਾਂ 'ਚ ਘਿਰ ਗਏ ਜੀ, ਪੋਰਟਫੋਲੀਓ ਤੁਹਾਨੂੰ ਛੱਡਣਾ ਪਿਆ ਸਪੋਰਟਸ ਵਾਲਾ, ਤਾਂ ਤੁਸੀਂ ਦੂਜੇ ਵੀ ਜਿਹੜੇ ਅਹੁਦੇ ਉਹਨਾਂ ਨੂੰ ਠੋਕਰ ਮਾਰ ਕੇ ਨਿਕਲ ਜਾਓ ਜਦ ਤੱਕ ਇਹ ਜਾਂਚ ਪੜਤਾਲ ਪੂਰੀ ਨਹੀਂ ਹੁੰਦੀ। ਕਿਉਂਕਿ ਜਦ ਤੱਕ ਤੁਸੀਂ ਕੁਰਸੀ ਨਾਲ ਚਿੰਬੜੇ ਹੋਏ ਹੋ, ਕਿਉਂਕਿ ਮੰਤਰੀ ਤਾਂ ਹੈਗੇ ਆ ਨਾ, ਇਹ ਦੂਸਰਾ ਪੋਰਟਫੋਲੀਓ ਹੈਗਾ ਹਲੇ, ਤਾਂ ਜਦ ਤੱਕ ਤੁਸੀਂ ਮੰਤਰੀ ਹੋ, ਤੁਹਾਡਾ ਵਾਲ ਵਿੰਗਾ ਹੋ ਨਹੀਂ ਰਿਹਾ, ਸਪੋਰਟ ਤੁਹਾਨੂੰ ਖੱਟਰ ਹੋਰਾਂ ਦੀ ਸਿੱਧੀ ਹੈਗੀ ਆ ਜੀ, ਤਾਂ ਉਹਦੇ ਚ ਕੀ ਆ ਕਿ ਤੁਸੀਂ ਵਾਰ-ਵਾਰ ਕਸੂਤੇ ਫਸੋਗੇ। ਕਿਉਂਕਿ ਉਧਰ ਜੇ ਆਪਾਂ ਸਮਾਜਿਕ ਤੌਰ ਤੇ ਵੇਖੀਏ, ਕੁਝ ਖਾਬ ਪੰਚਾਇਤਾਂ ਦਾ ਵੀ ਸਮਰਥਨ ਹੈਗਾ ਉਸ ਬੀਬੀ ਨੂੰ ਜਿਸਨੇ ਇਹ ਸ਼ਿਕਾਇਤ ਦਿੱਤੀ ਹੈ ਜਾਂ ਦੋਸ਼ ਲਾ ਰਹੀ ਹੈ ਕਥਿਤ ਤੌਰ ਤੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸੰਦੀਪ ਸਿੰਘ ਜਿੰਨੀ ਸ਼ੋਹਰਤ ਖੱਟ ਚੁੱਕੇ ਆ, ਸੰਦੀਪ ਸਿੰਘ ਦਾ ਇੱਕ ਰੁਤਬਾ ਹੈ, ਉਹਨਾਂ ਨੂੰ ਤੇ ਇਹੀ ਚਾਹੀਦਾ ਸੀ ਕਿ ਮੈਂ ਤਾਂ ਬਾਈ ਚੱਲਿਆ, ਹੁਣ ਇਹੀ ਚਾਹੀਦਾ ਸੀਗਾ ਕਿ ਮੈਂ ਚੱਲਿਆ, ਜਦੋਂ ਬੇਦਾਗ ਹੋਵਾਂਗਾ ਫਿਰ ਪਰਤ ਆਵਾਂਗਾ। ਕਿਉਂਕਿ ਉਹਨਾਂ ਨੂੰ ਕਿਹੜਾ ਰਾਜਨੀਤੀ ਵਿਰਾਸਤ 'ਚ ਮਿਲੀ ਹੈ, ਰਾਜਨੀਤੀ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਉਹਨਾਂ ਦੀ ਖੇਡ ਸੀ ਗੇਮ ਕਰਕੇ ਮਿਲੀ ਹੈ ਜੀ, ਨਾ ਕਿ ਰਾਜਨੀਤੀ ਕਰਕੇ ਗੇਮ ਮਿਲੀ ਹੈ। ਸ਼ੋਹਰਤ ਉਹਨਾਂ ਨੂੰ ਗੇਮ ਨੇ ਦਿੱਤੀ ਆ, ਉਹਨਾਂ ਦੀ ਇੱਕ ਪਛਾਣ ਹੈ ਪੂਰੀ ਦੁਨੀਆ ਦੇ ਵਿੱਚ, ਤਾਂ ਉਸ ਪਛਾਣ ਦੇ ਬਹੁਤ ਸਾਰੇ ਲੋਕ ਮੁਰੀਦ ਨੇ। ਤਾਂ ਉਹਨਾਂ ਦਾ ਫਿਰ ਦਿਲ ਦੁਖਦਾ ਇਹਨਾਂ ਚੀਜ਼ਾਂ ਤੋਂ ਕਿ ਹਾਂ ਭਾਈ ਜਦੋਂ ਤੱਕ ਇਹ ਜਾਂਚ ਪੜਤਾਲ ਪੂਰੀ ਨਹੀਂ ਹੁੰਦੀ ਮੈਂ ਅਹੁਦੇ ਤੋਂ ਲਾਂਭੇ ਆ, ਜੇ ਮੈਂ ਬਦਾਗ ਹਾਂ ਤਾਂ ਆਪੇ ਮੈਂ ਸਾਬਤ ਕਰੂੰਗਾ ਇਸ ਚੀਜ਼ ਨੂੰ ਜੀ। ਜਿਹੜੀਆਂ ਇਹ ਚੀਜ਼ਾਂ ਨੇ ਇਹ ਕਮਜ਼ੋਰ ਕਰ ਰਹੀਆਂ ਨੇ ਸੰਦੀਪ ਸਿੰਘ ਦੀ ਸਥਿਤੀ ਜੀ।
ਮਿੰਟੂ ਜੀ ਇੱਕ ਟਵੀਟ ਕੀਤੀ ਗਈ ਮਨੀਸ਼ ਤਿਵਾੜੀ ਵੱਲੋਂ, ਜਿਹੜੇ ਕਾਂਗਰਸ MP ਨੇ, ਉਹ ਕਹਿੰਦੇ ਕਿ ਪੰਜਾਬ ਨੇ ਜਿਹੜਾ ਕੋਲਾ ਮੰਗਾਇਆ ਪੂਰਬੀ ਰਾਜਾਂ ਤੋਂ, ਉਹਦੇ ਵਾਸਤੇ 3 ਗੁਣਾ ਜ਼ਿਆਦਾ ਟਰਾਂਸਪੋਰਟੇਸ਼ਨ ਦਾ ਖਰਚਾ ਦੇਣਾ ਪਿਆ, ਇਸ ਤਰ੍ਹਾਂ ਦੀ ਗੱਲ ਆਖ ਰਹੇ ਨੇ। ਇਹਦਾ ਹੋਰ ਵੇਰਵਾ ਕੀ ਹੈ ਜੀ? ਦੇਖੋ, ਇਹਨਾਂ ਦੀ ਗੱਲ ਸਿਆਣੀ ਆ, ਇਹਨਾਂ ਦੀ ਗੱਲ ਜਿਹੜੀ ਆ ਉਹ ਸਹੀ ਹੈ, ਪਰ ਅਫਸੋਸ ਦੀ ਗੱਲ ਇਹ ਆ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਸ ਤਰ੍ਹਾਂ ਦੇ ਨੇਤਾ ਬਹੁਤ ਘੱਟ ਬਚੇ ਆ। ਇਹਨਾਂ ਨੇ ਵੀ ਬਹੁਤ ਦੇਰ ਨਾਲ ਇਸ ਚੀਜ਼ ਨੂੰ ਸਮਝਿਆ। ਅਸਲ 'ਚ ਕੀ ਹੈ ਕਿ ਇਹ ਗੱਲ ਜਿਹੜੀ ਹੈ ਉਹ ਤਕਰੀਬਨ 1 ਮਹੀਨਾ 1.5 ਮਹੀਨਾ ਪਹਿਲਾਂ ਹੀ ਤੈਅ ਹੋ ਗਈ ਸੀਗੀ ਕਿ ਐਕਸਟਰਾ ਜਿਹੜਾ ਉਹ ਬਰਡਨ ਪਵੇਗਾ, ਬੋਝ ਪਵੇਗਾ ਕਿਹਦੇ ਤੇ? ਪਾਵਰਕਾਮ ਤੇ, ਜਿਹੜਾ ਕਿ ਵਿਚਾਰਾ ਪਹਿਲਾਂ ਹੀ ਬਹੁਤ ਖਸਤਾ ਹਾਲਤ ਦੇ ਵਿੱਚ ਆ। ਇਹ ਜੋ ਗੱਲ ਕਹਿ ਰਹੇ ਆ ਤਾਂ ਇਹ ਸਹੀ ਕਹਿ ਰਹੇ ਆ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਬਈ ਜੇ ਇਸ ਤਰ੍ਹਾਂ ਸ਼੍ਰੀਲੰਕਾ ਤੋਂ ਪੱਛਮੀ ਤੱਟ ਤੇ ਜਿਹੜਾ ਮੁੰਦਰਾ ਬੰਦਰਗਾਹ ਹੈ ਉੱਥੇ ਲਿਜਾਵਾਂਗੇ ਤੇ ਫਿਰ ਰੇਲ ਰਾਹੀਂ ਪੰਜਾਬ ਲੈ ਕੇ ਆਵਾਂਗੇ ਤਾਂ ਲਾਗਤ ਰੇਲ ਨਾਲੋਂ ਸਿੱਧੀ 3 ਗੁਣਾ ਜ਼ਿਆਦਾ ਵੱਧ ਜਾਏਗੀ ਸਮੁੰਦਰ ਦੇ ਰਸਤੇ। ਅੱਛਾ, ਹੁਣ ਇਹਨੂੰ ਬਿਲਕੁਲ ਜੇ ਆਪਾਂ ਦੇਖੀਏ ਅੰਕੜਿਆਂ ਦੇ ਲਿਹਾਜ਼ ਦੇ ਨਾਲ ਕਿ ਇਹ ਗੱਲ ਜਿਹੜੀ ਹੈ ਉਹ ਪਹਿਲਾਂ ਹੀ ਬਾਹਰ ਨਿਕਲ ਆਈ ਸੀਗੀ ਕਿ ਜੇਕਰ ਇਸ ਤਰ੍ਹਾਂ ਇਹ ਰੂਟ ਜਿਹੜਾ ਅਖਤਿਆਰ ਕੀਤਾ ਜਾਂਦਾ ਸਪਲਾਈ ਵਾਸਤੇ ਤਾਂ ਵਿਜੇ ਜੀ 400 ਕਰੋੜ ਦਾ ਐਕਸਟਰਾ ਬੋਝ ਪਵੇਗਾ ਪਾਵਰਕਾਮ ਤੇ। ਪਾਵਰਕਾਮ ਤੇ ਕਹਿ ਲਓ ਜਾਂ ਪੰਜਾਬ ਸਰਕਾਰ ਤੇ ਕਹਿ ਲਓ ਜਾਂ ਲੋਕਾਂ ਤੇ। ਇਸ ਤੋਂ ਇਲਾਵਾ ਪਿਛਲੇ ਦਿਨੀ ਤੁਸੀਂ ਖਬਰ ਸੁਣੀ ਹੋਣੀ ਹੈ ਕਿ ਪਾਵਰਕਾਮ ਨੂੰ 300 ਕਰੋੜ ਰੁਪਈਆ ਜਿਹੜਾ ਆ ਉਹ ਥਰਮਲ ਨੂੰ ਹੋਰ ਦੇਵੇਗਾ, ਜਾਂ ਜਿਹੜਾ ਇੱਕ ਹੋਰ ਥਰਮਲ ਕੇਸ ਕਰਕੇ ਬੈਠਾ ਸੀ ਤਲਵੰਡੀ ਸਾਬੋ ਵਾਲਾ ਕਿ ਭਾਈ ਕੋਵਿਡ ਦੇ ਦੌਰਾਨ ਇਹਨਾਂ ਨੇ ਜਿਹੜੇ ਫਿਕਸ ਚਾਰजेस ਹੁੰਦੇ ਆ ਉਹ ਦਿੱਤੇ ਨਹੀਂ ਹੈ ਜੀ, ਤਾਂ 400 ਤੇ 300 ਇਹ ਹੋ ਗਿਆ, 700 ਕਰੋੜ ਇਹ ਸਾਰਾ ਬਣ ਗਿਆ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇੰਡੀਅਨ ਗਵਰਨਮੈਂਟ ਨੇ ਇੱਕ ਹੋਰ ਗੇਮ ਲਾ ਦਿੱਤੀ। ਉਹ ਕਹਿੰਦੇ ਆ ਕਿ ਬਈ 20% ਤੁਹਾਨੂੰ ਵਿਦੇਸ਼ੀ ਕੋਲਾ ਮੰਗਵਾਉਣਾ ਪਊਗਾ ਬਲੈਂਡ ਕਰਨ ਵਾਸਤੇ। ਮਤਲਬ ਜੋ ਇੱਥੇ ਕੋਲਾ ਉਤਪਾਦਨ ਹੁੰਦਾ ਹੈ ਉਹਦੇ ਵਿੱਚ 20% ਤੁਸੀਂ ਬਾਹਰੋਂ ਆਇਆ ਕੋਲਾ ਵਿੱਚ ਬਲੈਂਡ ਕਰੋਗੇ। ਜਿਵੇਂ ਆਪਾਂ ਇੱਕ ਸ਼ਬਦ ਦੇਖਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ, ਬਲੈਂਡਡ ਸਕੌਚ ਜੀ, ਮਤਲਬ ਕਿ ਇਸ ਤਰ੍ਹਾਂ ਬਲੈਂਡ ਕਰ ਕਰਕੇ ਉਹ ਬਣਾ ਦਿੱਤੀ ਜਾਂਦੀ ਹੈ। ਤਾਂ ਇਸ ਤਰ੍ਹਾਂ ਉਹ ਕਹਿੰਦੇ ਆ ਕਿ ਤੁਸੀਂ ਬਲੈਂਡਡ ਕੋਲਾ ਬਣਾਓ ਇੱਥੇ, 20% ਬਾਹਰੋਂ ਮੰਗਾਓ। ਹੁਣ ਜੇ 20% ਵਿੱਚ ਉਹ ਲਿਆ ਕੇ ਤੁਸੀਂ ਬਲੈਂਡ ਕਰੋਗੇ, ਮਿਲਾਓਗੇ ਤਾਂ ਕਿੰਨਾ ਹੋ ਗਿਆ? ਉਹਦਾ ਵੀ ਇੱਕ ਅੰਦਾਜ਼ਨ ਖਰਚਾ ਹੈ 1200 ਕਰੋੜ ਦਾ। 700 ਕਰੋੜ ਤੇ ਆਪਾਂ ਗਿਣ ਕੇ ਆਏ ਆ ਪਿੱਛੇ ਜੀ, 1200 ਕਰੋੜ ਇਹ ਹੋ ਗਿਆ। ਮਤਲਬ ਕਿ ਜਿੰਨੀਆਂ ਅਸੀਂ ਇੱਥੇ ਉਹ ਰੋਣੇ ਰੋ ਕੇ ਫਿਗਰਾਂ ਗਿਣਦੇ ਆ, ਸਬਸਿਡੀ ਕਿੰਨੀ ਆ, ਫਲਾਂ ਕਿੰਨਾ ਹੈ, ਵੇਖ ਲਓ ਕਿ ਪਾਵਰਕਾਮ ਦੀ ਹਾਲਤ ਇਸ ਤਰ੍ਹਾਂ ਦੀ ਹੈ ਵਿਜੇ ਜੀ ਕਿ ਇਸ ਮਹੀਨੇ ਦੀਆਂ ਤਨਖਾਹਾਂ ਦੇਣ ਵਾਸਤੇ 500 ਕਰੋੜ ਰੁਪਈਆ ਬੋਰੋ ਕੀਤਾ ਇਹਨਾਂ ਨੇ, ਤਨਖਾਹਾਂ ਨਹੀਂ ਨਿਕਲ ਰਹੀਆਂ। ਤਾਂ 2000 ਕਰੋੜ ਰੁਪਏ ਦਾ ਇੱਕ ਹੋਰ ਵੱਖਰਾ ਬੋਝ, ਇਹ ਬਹੁਤ ਵੱਡੀ ਰਕਮ ਬਣ ਜਾਂਦੀ ਹੈ, ਖਾਸ ਤੌਰ ਤੇ ਪੰਜਾਬ ਵਰਗੀ ਹਾਲਤ ਜਿਹਦੀ ਸਟੇਟ ਦੀ ਮੇਰੇ ਖਿਆਲ ਨਾਲ ਹੋਵੇ ਤਾਂ ਉਹ ਤਾਂ ਬੜਾ ਜ਼ਿਆਦਾ ਕੰਬ ਜਾਏਗਾ 2000 ਕਰੋੜ ਦੀ ਰਕਮ ਸੁਣ ਕੇ। ਪਰ ਇੱਥੇ ਇਹ ਬੋਝ ਪੈ ਰਿਹਾ। ਔਰ ਕਮਾਲ ਦੀ ਗੱਲ ਇਹ ਆ ਕਿ ਸਾਡੀ ਪੰਜਾਬ ਸਰਕਾਰ ਵੱਲੋਂ ਕਦੇ ਵੀ ਕੇਂਦਰ ਸਰਕਾਰ ਦੇ ਖਿਲਾਫ ਕੋਈ ਬਿਆਨ ਹੀ ਨਹੀਂ ਨਿਕਲਦਾ ਕਿ ਭਾਈ ਇਹ ਕਿਉਂ ਕਰ ਰਹੇ ਨੇ, ਕਾਤੋਂ ਕਰ ਰਹੇ ਨੇ, ਪੰਜਾਬੀਆਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ। ਮਤਲਬ ਕਿ ਇਹਨਾਂ ਮੁੱਦਿਆਂ ਤੇ ਜਿਹੜੇ ਕਿ ਤਥਾਤਮਕ ਮੁੱਦੇ ਨੇ, ਇਹ ਨਹੀਂ ਹੈ ਕਿ ਇਕੱਲੇ ਤੁਸੀਂ ਰਾਜਨੀਤਿਕ ਵਿਰੋਧ ਦੇ ਲਿਹਾਜ਼ ਨਾਲ ਵੇਖੋਗੇ ਕਿ ਇਹਨਾਂ ਦਾ ਤਾਂ ਕੰਮ ਹੀ ਇਹ ਇੱਕ ਦੂਜੇ ਨੂੰ ਭੰਡਣਾ। ਇਹ ਤਥਾਤਮਕ ਚੀਜ਼ਾਂ ਨੇ, ਇਹ ਸਿਧਾਂਤਕ ਚੀਜ਼ਾਂ ਨੇ ਕਿ ਤੁਸੀਂ, ਕਿਉਂਕਿ ਹੁਣ ਦੇਖੋ ਬਹੁਤ ਸਾਰੀਆਂ ਸਟੇਟਾਂ ਜਿਹੜੀਆਂ ਉਹ ਤਾਂ ਨੇੜੇ ਪੈ ਜਾਂਦੀਆਂ ਨੇ ਜੀ ਕੋਲੇ ਦੀਆਂ ਖਾਨਾਂ ਤੋਂ, ਅਸੀਂ ਬਹੁਤ ਦੂਰ ਹਾਂ। ਔਰ ਦੂਜੀ ਗੱਲ ਇਹ ਹੈ ਕਿ ਸਾਡੀ ਖੇਤੀ ਜਿਹੜੀ ਆ ਉਹ ਪਾਵਰ ਆਧਾਰਿਤ ਹੈ। ਸਾਡੀ ਖੇਤੀ ਜਿਹੜੀ ਉਹ ਬਿਜਲੀ ਆਧਾਰਿਤ ਹੈ, ਕਿਉਂਕਿ ਸਿੰਜਾਈ ਉਹ ਦਰਿਆ ਤਾਂ ਸਾਡੇ ਹੁਣ ਖਤਮ ਹੀ ਹੈ ਇੱਕ ਤਰ੍ਹਾਂ ਨਾਲ, ਕੁਝ ਖੋਏ ਗਏ ਤੇ ਕੁਝ ਘਟ ਗਏ, ਕੁਝ ਮਾੜੇ ਮੋਟੇ ਜਿਹੜੇ ਸੀਗੇ ਉਹ ਸਾਡਾ ਨਹਿਰੀ ਢਾਂਚਾ ਖਤਮ ਹੋ ਗਿਆ। ਸੋ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਆਪਣੀ ਆਵਾਜ਼ ਬੁਲੰਦ ਕਰੇ ਜੀ। ਇਹ ਤੇ ਬੁੱਲ ਸੀ ਕੇ ਬੈਠੇ ਨੇ। ਉਹ ਪੰਜਾਬੀ 'ਚ ਇੱਕ ਕਹਾਵਤ ਆ ਕਿ ਰੋਏ ਬਿਨਾਂ ਤੇ ਮਾਂ ਵੀ ਟੁੱਕ ਨਹੀਂ ਦਿੰਦੀ। ਤਾਂ ਤੁਹਾਨੂੰ ਥੋੜਾ ਬਹੁਤਾ ਤਾਂ ਦਿਖਾਉਣਾ ਪਵੇਗਾ। ਜਿਵੇਂ ਮਮਤਾ ਬੈਨਰਜੀ ਆ, ਉਹ ਮਹੀਨੇ ਕੁ ਬਾਅਦ ਇੱਕ ਕਹਿ ਲਓ ਘੂਰ ਜੀ ਦੇ ਦਿੰਦੀ ਹੈ ਤਾਂ ਵਧੀਆ ਉਹਦੀ ਗੱਲ ਸੁਣੀ ਜਾਂਦੀ ਹੈ ਇਹਦੇ ਨਾਲ ਜੀ। ਮਿੰਟੂ ਜੀ ਇਹ ਦੱਸਿਓ, ਜਿਹੜਾ ਡੇਰਾ ਮੁਖੀ ਆ ਭਗਵੇਂ ਰੰਗ ਦੇ ਵਿੱਚ ਨਜ਼ਰ ਆਇਆ ਜੀ? ਹਾਂਜੀ, ਇਸ਼ਕ ਤੇਰੇ ਵਿੱਚ ਰੰਗੀ ਸੋਹਣਿਆ, ਬਸ ਉਹ ਤਾਂ ਰੰਗੇ ਗਏ। ਤਾਂ ਗੱਲ ਇਹ ਆ ਕਿ ਹੁਣ ਜਿੱਥੇ ਜਿੱਥੇ ਇਲੈਕਸ਼ਨ ਆਉਣਗੇ ਉੱਥੇ ਉੱਥੇ ਇਹ ਤੁਹਾਨੂੰ ਮਿਲਣਗੇ
ਤੇ ਇਹਨਾਂ ਦੇ ਜਿਹੜੇ ਹਾਵ ਭਾਵ, ਰੰਗ ਢੰਗ, ਇਹ ਸਾਰਾ ਕੁਝ ਜਿਹੜਾ ਡੇਰੇ ਵਾਲਿਆਂ ਦਾ ਏਦਾਂ ਹੀ ਮਿਲੇਗਾ। ਹੁਣ ਵੇਖੋ, ਸ਼ੁਰੂਆਤ ਹੋਈ ਫਰਵਰੀ ਦੀ, 4 ਤਰੀਕ ਨੂੰ ਇਹ ਰਾਜਸਥਾਨ ਦੇ ਵਿੱਚ ਸਫਾਈ ਮੁਹਿੰਮ ਛੇੜਦੇ ਨੇ, 5 ਨੂੰ ਇਹਨਾਂ ਦਾ ਸਤਸੰਗ ਸੀਗਾ। ਉਹਦੀਆਂ ਤਸਵੀਰਾਂ ਵੀ ਕੁਝ ਇਸ ਤਰ੍ਹਾਂ ਦੀਆਂ ਹੈ, ਜੇ ਗੌਰ ਨਾਲ ਵੇਖੀਏ ਤਾਂ ਕੁਝ ਜਿਹੜੇ ਸਿੱਖ ਪਹਿਰਾਵੇ ਵਾਲੇ ਲੋਕ ਨੇ ਉਹਨਾਂ ਦੀਆਂ ਤਸਵੀਰਾਂ ਬਹੁਤ ਜ਼ਿਆਦਾ ਖਿੱਚੀਆਂ ਗਈਆਂ ਜਾਂ ਅੱਗੇ ਫਲਾਈਆਂ ਗਈਆਂ। ਤਾਂ ਹੁਣ ਰਾਜਸਥਾਨ ਦੇ ਵਿੱਚ ਕੀ ਹੈ ਕਿ ਆਉਣ ਵਾਲੇ ਸਮੇਂ 'ਚ ਇਲੈਕਸ਼ਨ ਹੈ ਜੀ। ਰਾਜਸਥਾਨ ਦੇ ਵਿੱਚ ਵੀ ਡੇਰੇ ਦਾ ਪ੍ਰਭਾਵ ਹੈ, ਔਰ ਜਿਹੜਾ ਡੇਰਾ ਮੁਖੀ ਹੈ ਬੇਸਿਕਲੀ ਉਹ ਰਾਜਸਥਾਨ ਦਾ ਹੈ ਜੀ। ਵੈਸੇ ਸਾਡੇ ਇਲਾਕੇ ਤੋਂ ਥੋੜਾ ਪਿੰਡ ਹੀ ਦੂਰ ਆ, ਪਰ ਉਹ ਰਾਜਸਥਾਨ 'ਚ ਪੈ ਜਾਂਦਾ ਹੈ। ਤਾਂ ਗੱਲ ਇਹ ਹੈ ਕਿ ਰਾਜਸਥਾਨ ਵੱਲ ਨੂੰ ਮੁਹਾਰ ਮੁੜ ਗਈ ਆ ਜੀ। ਹੁਣ ਜਿਹੜਾ ਉਹ ਗਾਣਾ ਬਣਾ ਕੀਤਾ ਉਹਦੇ ਤੇ ਵੀ ਥੋੜਾ ਵਿਵਾਦ ਹੋਇਆ। ਵਿਵਾਦ ਤਾਂ ਇਹਦੇ ਨਾਲ ਹੀ ਚੱਲਦੇ ਆ, ਪਰ ਪਹਿਲੀ ਵਾਰੀ ਆ ਗਾਣੇ ਦੇ ਵਿੱਚ ਭਗਵਾਂ ਰੰਗ ਇਹਨੇ ਪੂਰੀ ਤਰ੍ਹਾਂ ਧਾਰਨ ਕੀਤਾ ਹੈ, ਜੈਕਟ ਪਾਈ ਆ, ਟੋਪੀ ਪਾਈ ਆ। ਉਹ ਕਾਰਾਂ ਵੀ ਜਿਹੜੀਆਂ ਉਹ ਨਿੱਕੀਆਂ ਨਿੱਕੀਆਂ ਜਿਹੀਆਂ ਰੱਖਦਾ, ਫੀਨੀਆਂ ਜਿਹੀਆਂ ਕਾਰਾਂ ਹੁੰਦੀਆਂ ਉਹ ਜਿਹੜੀਆਂ, ਉਹਦਾ ਰੰਗ ਵੀ ਇੱਕ ਦਾ ਉਹੀ ਆ, ਨਰੰਗੀ ਜਿਹਾ ਹੀ ਆ, ਭਗਵਾਂ ਹੀ ਆ। ਤਾਂ ਮਤਲਬ ਕਿ ਪੂਰੀ ਤਰ੍ਹਾਂ ਖੁੱਲ ਕੇ ਆ ਗਿਆ ਡੇਰਾ ਮੁਖੀ ਕਿ ਭਾਈ ਆਪਾਂ ਹੁਣ ਭਗਵੇ ਰੰਗ ਦੇ ਵਿੱਚ ਰੰਗੇ ਪਏ ਆ। ਤੇ ਵੈਸੇ ਉਹ ਰੰਗ ਪਹਿਨ ਕੇ ਦਿਖਾਉਣ ਦੀ ਤੇ ਲੋੜ ਹੀ ਨਹੀਂ ਸੀ। ਲੋਕ ਪਹਿਲਾਂ ਹੀ ਸਮਝ ਚੁੱਕੇ ਸੀਗੇ ਕਿ ਉਹ ਤੁਹਾਡੇ ਰੰਗ 'ਚ ਰੰਗੇ ਗਏ ਨੇ ਭਾਜਪਾ ਵਾਲੇ, ਤੇ ਤੁਸੀਂ ਡੇਰੇ ਵਾਲੇ ਜਿਹੜੇ ਉਹਨਾਂ ਦੇ ਰੰਗ 'ਚ ਰੰਗੇ ਗਏ। ਤੁਹਾਡੀ ਉਹ ਹੁਣ ਗੱਲ ਕਹਾਣੀ ਨੇ ਇੱਕੋ ਮਿੱਕੇ ਹੋ ਤੁਸੀਂ ਹੁਣ ਜੀ। ਤਾਂ ਇਹ ਆ ਕਿ ਜਿਵੇਂ ਜਿਵੇਂ ਹੁਣ ਇਲੈਕਸ਼ਨ ਆਉਣਗੇ ਇਹਨਾਂ ਸਟੇਟਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਕਾਫੀ ਪ੍ਰਭਾਵ ਹੈ, ਤਾਂ ਉੱਥੇ ਇਸੇ ਤਰ੍ਹਾਂ ਨਜ਼ਰ ਆਉਣਗੇ ਜੀ। ਮਿੰਟੂ ਜੀ, ਇਹ ਦੱਸਿਓ, ਖਹਿਰਾ ਨੇ ਮੰਤਰੀ ਦੇ ਪਿੰਡ ਦੇ ਵਿੱਚ ਹੁੰਦੀ ਨਜਾਇਜ਼ ਮਾਈਨਿੰਗ ਦੀ ਵੀਡੀਓ ਜਾਰੀ ਕਰ ਦਿੱਤੀ ਹੈ। ਕਿਹੜੇ ਮੰਤਰੀ ਦੇ ਪਿੰਡ 'ਚ ਇਹ ਕੰਮ ਚੱਲ ਰਿਹਾ ਸੀ? ਇਹ ਮੰਤਰੀ ਧਾਲੀਵਾਲ ਸਾਹਿਬ NRIਆਂ ਦੇ ਮੰਤਰੀ ਨੇ, ਉਹ ਘੱਟ ਨਹੀਂ ਹੈਗੇ ਕਿਸੇ ਨਾਲ, NRIਆਂ ਦੇ ਮੰਤਰੀ ਆ। ਖੈਰ ਗੱਲ ਇਹ ਆ ਕਿ ਤੁਸੀਂ ਉਹ ਫੋਟੋਆਂ ਦੇਖੀਆਂ ਹੋਣੀਆਂ, ਇਹਨਾਂ ਨੇ ਕੁਝ ਮਾਈਨਿੰਗ ਸਾਈਟਾਂ ਜਿਹੜੀਆਂ ਖੋਲੀਆਂ, ਉਹ ਲਾ ਕੇ ਕਹੀ ਦੇ ਟੱਕ ਜੇ ਕਹਿੰਦੇ ਕਿ ਦੇਖੋ ਜੀ ਆਪਾਂ ਰੇਤ ਖੋਲ ਦਿੱਤੀ ਆ। ਅੱਜ ਕੱਲ ਇਹ ਵੀ ਹੈ ਨਾ ਕਿ PR ਬਹੁਤ ਧੜੱਲੇ ਨਾਲ ਕੀਤੀ ਜਾਂਦੀ ਹੈ। ਵੈਸੇ ਮੋਦੀ ਹੋਰਾਂ ਨੇ ਵੀ ਟ੍ਰੈਂਡ ਸੈੱਟ ਕਰ ਦਿੱਤਾ, ਪ੍ਰਧਾਨ ਮੰਤਰੀ ਸਾਡਾ ਵੈਸੇ ਟ੍ਰੈਂਡ ਸੈੱਟਰ ਹੀ ਹੈ, ਟ੍ਰੈਂਡ ਬਹੁਤ ਸੈੱਟ ਕੀਤੇ ਨੇ। ਤਾਂ PR ਵਾਲਾ ਮਾਮਲਾ ਵੀ ਹੁਣ ਸਾਰੇ ਰਾਜਨੀਤਿਕ ਦਲਾਂ ਦੇ ਵਿੱਚ ਫੈਲਿਆ ਹੋਇਆ। ਤਾਂ ਇਹਨਾਂ ਨੇ ਕਾਫੀ ਟਾਰਾਂ ਮਾਰੀਆਂ ਕਿ ਦੇਖੋ ਜੀ ਹੁਣ ਸਾਰਾ ਕੰਮ ਖਤਮ ਹੋ ਗਿਆ। ਤਾਂ ਸੁਖਪਾਲ ਸਿੰਘ ਖਹਿਰਾ ਉਹ ਤਾਂ ਖੋਜੀ ਪੱਤਰਕਾਰ ਵਾਂਗੂ ਹੀ ਕੰਮ ਕਰਦਾ ਹੈ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦਾ। ਤਾਂ ਉਹਨਾਂ ਚੱਕ ਕੇ ਇੱਕ ਫੋਟੋ ਜਿਹੜੀ ਹੈ ਉਹ ਪਾ ਦਿੱਤੀ, ਸ਼ਾਇਦ ਇੱਕ ਵੀਡੀਓ ਪਾਈ ਗਈ ਜਿਹੜੀ ਕਿ ਜਗਦੇਵ ਖੁਰਦ ਦੀ ਦੱਸੀ ਜਾਂਦੀ ਹੈ, ਤੇ ਸ਼ੇਅਰ ਕਰਕੇ ਨਾਲ ਲਿਖ ਦਿੱਤਾ ਕਿ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਪਿੰਡ ਜਗਦੇਵ ਖੁਰਦ 'ਚ ਅੱਧੀ ਰਾਤ ਦੀ ਇਹ ਵੀਡੀਓ ਪੁਲਿਸ ਚੌਂਕੀ ਦੇ ਨੱਕ ਥੱਲੇ ਹੋ ਰਹੀ ਸ਼ਰੇਆਮ ਨਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕਰਦੀ ਹੈ। ਮੈਂ ਭਗਵੰਤ ਮਾਨ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਰੇਤ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਤੇ ਵੀਡੀਓ ਵਿੱਚ ਦੱਸੇ ਜਾ ਰਹੇ ਆਪਣੇ ਮੰਤਰੀ ਦੀ ਭੂਮਿਕਾ ਦੀ ਜਾਂਚ ਕਰਨ। ਵੈਸੇ ਦੇਖੋ ਗੱਲ ਇਹ ਆ ਕਿ ਇਹਨਾਂ ਦਾ ਤਕਰਾਰ ਵੀ ਚੱਲਦਾ ਰਹਿੰਦਾ ਹੈ ਜੀ। ਕਈ ਵਾਰ ਇਹਨਾਂ ਨੂੰ ਨੋਟਸ ਵੀ ਆ ਜਾਂਦੇ ਆ। ਹੁਣ ਕੱਲ ਵੀ ਪੋਸਟ ਪਾਈ ਬੈਠੇ ਸਨ, ਇੱਕ ਨਾ ਆਡੀਓ ਵਾਇਰਲ ਹੋਈ, 2 ਲੇਡੀਜ਼ ਗੱਲਾਂ ਕਰ ਰਹੀਆਂ ਸਨ, ਤਾਂ ਉਹ ਆਪਸ ਦੇ ਵਿੱਚ ਜਨਾਨੀਆਂ ਗੱਲਾਂ ਕਰ ਰਹੀਆਂ ਸਨ। ਤਾਂ ਇਉਂ ਲੱਗ ਰਿਹਾ ਸੀਗਾ ਕਿ ਇੱਕ ਟੀਚਰ ਹੋਵੇ ਤੇ ਉਹਦੀ ਬਦਲੀ ਵਾਸਤੇ ਰਿਸ਼ਵਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੀ। ਉਹ ਆਡੀਓ ਇਸੇ ਤਰ੍ਹਾਂ ਇਹਨਾਂ ਨੇ ਵਾਇਰਲ ਕੀਤੀ, ਇਸੇ ਤਰ੍ਹਾਂ ਪਾਈ, ਤੇ ਕਹਿੰਦੇ ਕਿ ਜੀ ਮੈਨੂੰ ਲੀਗਲ ਨੋਟਸ, ਤੇ ਇਹਨਾਂ ਨੇ ਫਿਰ ਆਪ ਦੀ ਭਾਸ਼ਾ 'ਚ ਜਵਾਬ ਦਿੱਤਾ ਜਿਵੇਂ ਦਿੰਦੇ ਹੁੰਦੇ ਸੁਖਪਾਲ ਖਹਿਰਾ ਕਿ ਮੈਨੂੰ ਕੋਈ ਪ੍ਰਵਾਹ ਨਹੀਂ ਆ। ਤਾਂ ਇਹ ਤਾਂ ਚਲੋ ਇਹਨਾਂ ਦਾ ਆਪਸ ਦੇ ਵਿੱਚ ਚੱਲਦਾ ਰਹਿੰਦਾ, ਪਰ ਇਹ ਅਜਨਾਲਾ ਏਰੀਆ ਐਸਾ ਏਰੀਆ ਹੈ ਵਿਜੇ ਜੀ, ਪਿਛਲੀ ਸਰਕਾਰ ਦੇ ਵਿੱਚ ਤੇ ਪਿਛਲੀ ਤੋਂ ਕਹਿ ਲਓ ਪਿਛਲੀ ਸਰਕਾਰ ਦੇ ਵਿੱਚ ਵੀ ਇੱਥੇ ਇਸ ਤਰ੍ਹਾਂ ਦੇ ਹਾਲਾਤ ਰਹੇ ਜੀ। ਅਸੀਂ ਉਸ ਏਰੀਏ ਦੇ ਵਿੱਚੋਂ ਜਿਹੜੀਆਂ ਗੱਲਾਂ ਸੁਣਦੇ ਹਾਂ ਉਹ ਕੁਝ ਇਸ ਤਰ੍ਹਾਂ ਦੀਆਂ ਕਿ ਉੱਥੇ ਤੇ ਕਹਿ ਲਓ ਨਾ ਕਿ ਅਲਾਈਅੰਸ ਹੋ ਜਾਂਦਾ ਹੈ ਕਈ ਵਾਰ ਜੀ, ਰੇਤਾ ਕੱਢਣ ਵਾਲਿਆਂ ਦਾ, ਮਤਲਬ ਕਿ ਪਾਰਟੀਆਂ ਵੱਖੋ ਵੱਖਰੀਆਂ ਜੀ, ਪਰ ਉੱਥੇ ਆ ਕੇ ਬਿਜ਼ਨਸ ਇੱਕ ਹੋ ਜਾਂਦੇ ਆ। ਤਾਂ ਗੱਲ ਇਹ ਆ ਕਿ ਜੋ ਕੁਝ ਹੋ ਰਿਹਾ ਆਪਾਂ ਇਹ ਨਹੀਂ ਕਹਿ ਸਕਦੇ ਡਾਇਰੈਕਟਲੀ ਕਿ ਉਹ ਮੰਤਰੀ ਸਾਹਿਬ ਦੀ ਸ਼ਮੂਲੀਅਤ ਦੇ ਨਾਲ ਹੋ ਰਿਹਾ, ਪਰ ਇੱਕ ਵੱਡਾ ਸਵਾਲ ਆ ਕਿ ਜਿੱਥੇ ਮੰਤਰੀ ਦਾ ਆਪਣਾ ਇਲਾਕਾ ਹੋਵੇ ਉੱਥੇ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਤਾਂ ਕੀ ਗੱਲ ਹੈ, ਉਹਨੂੰ ਮੰਤਰੀ ਦਾ ਕੋਈ ਡਰ ਨਹੀਂ, ਸਰਕਾਰ ਦਾ ਕੋਈ ਡਰ ਨਹੀਂ, ਤੇ ਜਾਂ ਫਿਰ ਮੰਤਰੀ ਇਹਨਾਂ ਇਸ ਲੈ ਕੇ ਉਹਨੂੰ ਪਤਾ ਹੀ ਨਹੀਂ ਕਿ ਆਪਣੇ ਏਰੀਆ 'ਚ ਕੀ ਹੋ ਰਿਹਾ। ਇਹ ਚੀਜ਼ਾਂ ਤਾਂ ਕਹਿ ਲਓ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਨੇ ਨਾ। ਤੇ ਨਾਲੇ ਸਵਾਲ ਇਸ ਗੱਲੋਂ ਵੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਇਲੀਗਲ ਮਾਈਨਿੰਗ ਖਤਮ ਹੋ ਗਈ, ਜੇ ਮਾਈਨਿੰਗ ਖਤਮ ਹੋ ਗਈ ਆ ਤੇ ਇਹ ਟਿੱਪਰ ਰਾਤ ਦੇ ਹਨੇਰੇ ਦੇ ਵਿੱਚ ਇਹ ਉੱਥੇ ਕੀ ਕਰਦੇ ਫਿਰਦੇ ਆ? ਇਹ ਅੱਖਾਂ ਦੇ ਭੰਬੂ ਤੇ ਇਕੱਠੇ ਨਹੀਂ ਕਰਦੇ ਪਏ ਜੀ।
ਕੱਢਦੇ ਤਾਂ ਨੇਤਾ ਹੀ ਪਏ ਹੈ ਨਾ। ਤਾਂ ਇਹਨਾਂ ਤੇ ਨੱਥ ਪਾਓ ਭਾਈ। ਉਦੋਂ ਤੱਕ ਦਾਅਵੇ ਛੱਡ ਦਿਓ ਜਦੋਂ ਤੱਕ ਤੁਸੀਂ ਨੱਥ ਨਹੀਂ ਪਾ ਸਕਦੇ ਕਿ ਅਸੀਂ ਇਲੀਗਲ ਮਾਈਨਿੰਗ ਬੰਦ ਕਰ ਦਿੱਤੀ ਜੀ, ਇਹ ਕਰ ਦਿੱਤਾ, ਉਹ ਕਰ ਦਿੱਤਾ। ਚੁੱਪ ਰਹੋ, ਸ਼ਾਂਤ ਰਹੋ। ਮਿੰਟੂ ਜੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੁਬਾਰਾ ਤੋਂ ਮੀਟਿੰਗ ਸੱਦੀ ਵੀ ਪੰਜਾਬੀ ਨੂੰ ਲਾਗੂ ਕੀਤਾ ਜਾਵੇ ਅਦਾਲਤੀ ਕੰਮਕਾਜ ਦੇ ਵਿੱਚ, ਇਹਦੇ ਕੀ ਵੇਰਵੇ ਨੇ ਜੀ? ਜੀ ਬਿਲਕੁਲ, ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਵਾਸਤੇ ਇਹ ਕਹਿੰਦੇ ਨੇ ਕਿ ਸੀਐਮ ਸਾਹਿਬ ਵੀ ਗੰਭੀਰ ਨੇ ਬੜੇ, ਮਤਲਬ ਕਿ ਉਹ ਵੀ ਇਸ ਮਾਮਲੇ ਤੇ ਸ਼ਿੱਦਤ ਦੇ ਨਾਲ ਕੰਮ ਕਰ ਰਹੇ ਨੇ। ਤੇ ਨਾਲ ਇਹਨਾਂ ਨੇ ਮੀਟਿੰਗ ਕੀਤੀ ਆ ਜਿਹਦੇ ਵਿੱਚ ਕੁਝ ਵਿਦਵਾਨ ਕਿਸਮ ਦੇ ਲੋਕ ਸਨ, ਫਿਰ ਇਸ ਤੋਂ ਇਲਾਵਾ ਕੁਝ ਵਿਧਾਇਕ। ਇਹਨਾਂ ਨੇ ਸਾਰਿਆਂ ਨੇ ਜਿਹੜੀ ਬੈਠਕ ਕੀਤੀ ਆ ਉਹ ਪੰਜਾਬੀ ਭਾਸ਼ਾ ਦੇ ਹੋਰ ਬਿਹਤਰ ਭਵਿੱਖ ਵਾਸਤੇ ਕੀਤੀ ਆ। ਨਾਲ ਜਿਹੜੇ ਪ੍ਰਿੰਸੀਪਲ ਬੁੱਧਰਾਮ ਜਿਹੜੇ ਬਹੁਤ ਪੜ੍ਹੇ ਲਿਖੇ ਵਿਧਾਇਕਾਂ ਚੋਂ ਇੱਕ ਨੇ, ਉਹਨਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਖਾਸ ਤੌਰ ਤੇ ਆਪਣੀ ਲਿਖਾਈ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਨਾਲ ਹੋਰ ਅਧਿਆਪਕ ਭਰਤੀ ਕਰਨ ਦੀ ਵੀ ਸਾਨੂੰ ਲੋੜ ਆ। ਖੈਰ, ਇਹ 11 ਵਜੇ ਮੀਟਿੰਗ ਸ਼ੁਰੂ ਹੋਈ ਸੀ। ਇਹਦੇ ਵਿੱਚ ਵਿਧਾਇਕ ਕੁਲਵੰਤ ਸਿੰਘ ਪੰਡੋਰੀ, MLA ਨਿਸ਼ਤਰਪਾਲ ਸਿੰਘ, ਮਨਜੀਤ ਬਲਾਸਪੁਰੀ, ਜਸਵੰਤ ਸਿੰਘ ਗੱਜਨ ਮਾਜਰਾ ਸਮੇਤ ਹੋਰ ਵੀ ਕਈ ਵਿਧਾਇਕ ਜਿਹੜੇ ਆ ਉਹ ਮੌਜੂਦ ਸੀਗੇ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਸੀਗੇ, ਪੰਜਾਬੀ ਲੇਖਕ, ਹੋਰ ਕੇਂਦਰੀ ਲੇਖਕ ਸਭਾ ਦੇ ਕੁਝ ਪ੍ਰਧਾਨ ਵਗੈਰਾ ਜਿਹੜੇ ਉੱਥੇ ਹਾਜ਼ਰ ਸਨ। ਤਾਂ ਖੈਰ ਦੇਖੋ, ਇਹਨਾਂ ਦਾ ਕੀ ਟੀਚਾ ਹੈ ਕਿ 21 ਫਰਵਰੀ ਤੱਕ ਪੰਜਾਬ ਦੇ ਵਿੱਚ ਇੱਕ ਵੱਖਰੀ ਮੂਵਮੈਂਟ ਖੜੀ ਕਰ ਦਈਏ ਤਾਂ ਕਿ ਲੋਕ ਜਿਹੜੇ ਆ, ਬੋਰਡ ਵਗੈਰਾ ਜਿਹੜੇ ਉਹ ਆਪਣੇ ਆਪ ਹੀ ਪੰਜਾਬੀ ਦੇ ਵਿੱਚ ਕਰ ਦੇਣ, ਪੰਜਾਬੀ ਨੂੰ ਤਰਜੀਹ ਦੇਣ। ਮਾੜੀ ਗੱਲ ਨਹੀਂ ਹੈ, ਮਾੜਾ ਯਤਨ ਨਹੀਂ ਹੈ। ਕਿ ਦੇਖੋ, ਇਹਨਾਂ ਨੇ ਇੱਕ ਮਿਸਾਲ ਵੀ ਦਿੱਤੀ ਹੈ ਬੁੱਧਰਾਮ ਜੀ ਹੋਰਾਂ ਨੇ। ਉਹ ਕਹਿੰਦੇ ਕਿ ਪੰਜਾਬੀ ਜਿਹੜੀ ਮਾਂ ਬੋਲੀ ਇਹਨੂੰ ਕੋਈ ਖਤਰਾ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਪੰਜਾਬੀ ਭਾਸ਼ਾ ਦੇ ਵਿੱਚ ਵਰਣਿਤ ਹਨ ਤੇ ਇਹਨਾਂ ਦਾ ਪ੍ਰਸਾਰ ਹੋ ਰਿਹਾ। ਬਿਲਕੁਲ ਇਸ ਗੱਲ ਦੇ ਨਾਲ ਮੈਂ ਮੁਤਫਿਕ ਹਾਂ, ਸਹਿਮਤ ਹਾਂ। ਪਰ ਗੱਲ ਇਹ ਹੈ ਕਿ ਇਹ ਕੋਸ਼ਿਸ਼ਾਂ ਠੀਕ ਆ ਆਪਣੇ ਪੱਧਰ ਤੇ, ਚਲੋ ਜਿੰਨੀਆਂ ਕੋ ਕਰ ਰਹੇ ਨੇ ਇਹ ਯਤਨਸ਼ੀਲਤਾ, ਜਿੰਨੀਆਂ ਕੋ ਇਹਨਾਂ ਦੀਆਂ ਕੋਸ਼ਿਸ਼ਾਂ ਨੇ ਉਹ ਠੀਕ ਆ। ਪਰੰਤੂ ਦੋ ਚੀਜ਼ਾਂ ਕਰਨ ਦੀ ਲੋੜ ਹੋਏਗੀ ਤੁਹਾਨੂੰ। ਇੱਕ ਤੇ ਹੈ ਕਿ ਅਦਾਲਤੀ ਭਾਸ਼ਾ ਜੇ ਤੁਸੀਂ ਪੰਜਾਬੀ ਚ ਕਰ ਜਾਵੋ, ਕਿਉਂਕਿ ਸੁਪਰੀਮ ਕੋਰਟ ਹੁਣ ਸਾਫ਼ ਕਹਿ ਚੁੱਕਾ ਹੈ ਕਿ ਭਾਈ ਸਾਡੇ ਫੈਸਲੇ ਜਿਹੜੇ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਵੀ ਉਪਲਬਧ ਰਹਿਣਗੇ ਜੀ। ਤਾਂ ਜਦੋਂ ਸੁਪਰੀਮ ਕੋਰਟ ਚ ਹੈ ਤਾਂ ਅਦਾਲਤਾਂ ਚ ਕੀ ਸਾਡੇ ਪੰਜਾਬੀ ਦੇ ਵਿੱਚ ਫੈਸਲੇ ਸਾਨੂੰ ਮਿਲ ਸਕਣਗੇ, ਇੱਕ ਵੱਡਾ ਸਵਾਲ ਰਹੇਗਾ। ਔਰ ਇੱਥੋਂ ਤੱਕ ਸੁਪਰੀਮ ਕੋਰਟ ਨੇ ਕਿਹਾ ਹੋਇਆ ਤੇ ਕੋਰਟਾਂ ਦਾ ਉਹ ਕਈ ਵਾਰ ਫੈਸਲਾ ਹੋਇਆ, ਡਾਇਰੈਕਸ਼ਨਸ ਵੀ ਨੇ ਉਸ ਮਾਮਲੇ ਚ ਕਿ ਮੰਨ ਲਓ ਜੇ ਕੋਈ ਗਵਾਹ ਜਿਹੜਾ ਉਹ ਕੋਈ ਭਾਸ਼ਾ, ਮਤਲਬ ਕਿ ਜਿਹੜੀ ਅਦਾਲਤੀ ਕੰਮਕਾਜੀ ਭਾਸ਼ਾ ਹੈ ਉਹਦੇ ਤੋਂ ਹਟਵੀਂ ਕੋਈ ਭਾਸ਼ਾ ਇਸਤੇਮਾਲ ਕਰਦਾ ਹੈ ਤਾਂ ਉਸੇ ਭਾਸ਼ਾ ਦੇ ਵਿੱਚ ਹੀ ਉਹਦੀ ਗਵਾਹੀ ਦਰਜ ਹੋਏਗੀ। ਹਾਲ ਦੇ ਦਿਨਾਂ ਦੇ ਵਿੱਚ ਵੀ ਕੋਰਟ ਤੋਂ ਡਾਇਰੈਕਸ਼ਨ ਹੈ ਤਾਂ ਕੀ ਉਹ ਸਟੈਪ ਚੁੱਕਿਆ ਜਾਏਗਾ। ਦੂਜੀ ਗੱਲ ਇਹ ਆ ਕਿ ਦੇਖੋ ਠੀਕ ਆ ਕਿ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਸਹਿਮਤ ਹੋ ਸਕਦੇ ਹਾਂ ਕਿ ਇੱਕ ਅਵੇਅਰਨੈਸ ਪੰਜਾਬੀ ਪ੍ਰਤੀ ਜਿਹੜੀ ਆ ਜਗਾਈ ਜਾਣੀ ਚਾਹੀਦੀ ਆ। ਪਰ ਖੁਦ ਵੀ ਤੁਸੀਂ ਜਾਗੋ ਨਾ ਕਿ ਤੁਹਾਡਾ ਤਾਂ ਜਿਹੜਾ ਪੰਜਾਬੀ ਤਰਜੀਹ ਦੇਣ ਵਾਲਾ ਜਿਹੜਾ ਪੱਤਰ ਆ ਉਹੀ ਅੰਗਰੇਜ਼ੀ ਚ ਹੁੰਦਾ ਤੇ ਪੰਜਾਬੀ ਨੂੰ ਤਰਜੀਹ ਦੇਵੋ, ਅੰਗਰੇਜ਼ੀ ਚ ਲਿਖਦੇ ਹੋ ਤੁਸੀਂ। ਤਾਂ ਦੂਜੀ ਗੱਲ ਇਹ ਆ ਕਿ ਤੁਹਾਨੂੰ ਆਪਣੀ ਭਾਸ਼ਾ ਜਿਹੜੀ ਹੈ ਨਾ ਉਹ ਰੁਜ਼ਗਾਰ ਮੁਖੀ ਬਣਾਉਣੀ ਪਵੇਗੀ। ਆਪਾਂ ਅੱਜ ਫ੍ਰੈਂਚ ਨੂੰ ਦੇਖਦੇ ਹੋ ਕਿੱਥੇ ਖਲੋਤੀ ਹੈ। ਬਿਲਕੁਲ ਜੀ, ਫ੍ਰੈਂਚ ਲੋਕ ਸਿੱਖਦੇ ਆ ਕਿ ਨਹੀਂ। ਅੱਜ ਹੁਣ ਤੁਸੀਂ ਚਾਈਨਾ ਵਾਲਿਆਂ ਦੀ ਭਾਸ਼ਾ ਦੇਖ ਲਓ ਕਿੱਥੇ ਪਹੁੰਚ ਗਈ ਆ, ਕਿੰਨਾ ਪ੍ਰਸਾਰ ਹੋਇਆ। ਤਾਂ ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਪਏਗਾ। ਇਹ ਤਾਂ ਚਲੋ ਜਜ਼ਬਾਤੀ ਗੱਲਾਂ ਹੁੰਦੀਆਂ ਨੇ ਕਿ ਹਾਂ ਭਾਈ ਇਹ ਹੋ ਜਾਏਗਾ, ਉਹ ਹੋ ਜਾਏਗਾ, ਠੀਕ ਹੈ, ਚਿੰਤਾ ਕਰਨੀ ਚਾਹੀਦੀ ਆ, ਸਾਰਿਆਂ ਨੂੰ ਆਪਣੀ ਮਾਂ ਬੋਲੀ ਨੂੰ ਤਰਜੀਹ ਦੇਣੀ ਚਾਹੀਦੀ ਆ। ਪਰ ਜੋ ਕਰਨ ਵਾਲਾ ਕੰਮ ਆ ਉਸ ਪਾਸੇ ਅਸੀਂ ਬਹੁਤ ਘੱਟ ਚਰਚਾ ਕਰਨੇ ਆ। ਜੀ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਖੁਸ਼ਨੁਮਾ ਖਬਰ ਆਪਾਂ ਉੱਥੋਂ ਲਵਾਂਗੇ ਜਿੱਥੇ ਜਾ ਕੇ ਜ਼ਿੰਦਗੀ ਖਤਮ ਹੋ ਜਾਂਦੀ ਆ। ਕਿਉਂਕਿ ਅੱਜ ਇੱਥੋਂ ਇੱਕ ਜ਼ਿੰਦਗੀ ਸ਼ੁਰੂ ਹੋਈ ਆ, ਮਤਲਬ ਸ਼ਮਸ਼ਾਨ ਘਾਟ। ਤਾਂ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦੇ ਵਿੱਚੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸ਼ਮਸ਼ਾਨ ਘਾਟ ਦੇ ਵਿੱਚ ਸ਼ਮਿਆਨੇ ਲੱਗੇ ਹੋਏ ਸਨ। ਸ਼ਮਿਆਨੇ ਤੁਸੀਂ ਸਮਝਦੇ ਹੋ ਨਾ, ਕਿ ਪੂਰੇ ਤੰਬੂ ਕਨਾਤਾਂ ਜਿੱਦਾਂ ਲੱਗੀਆਂ ਹੁੰਦੀਆਂ ਨੇ। ਤਾਂ ਟੈਂਟ ਵਗੈਰਾ ਜਿਹੜੇ ਉੱਥੇ ਲੱਗੇ ਹੋਏ ਸੀ ਕਿ ਵਿਆਹ ਦੀ ਰਸਮ ਉੱਥੇ ਹੋਈ ਆ, ਸ਼ਹਿਨਾਈ ਜਾਨੀ ਉੱਥੇ ਗੂੰਜੀ ਆ। ਕਿਉਂਕਿ ਇਸ ਸ਼ਮਸ਼ਾਨ ਘਾਟ ਦੇ ਵਿੱਚ ਮਾਂ ਧੀ ਰਹਿੰਦੀਆਂ ਸਨ। ਇੱਥੇ ਹੀ ਇਹ ਗੁੱਡੀ ਜਵਾਨ ਹੋਈ ਤੇ ਬਹੁਤ ਗਰੀਬ ਘਰ ਸੀ, ਪਰਿਵਾਰ ਸੀਗਾ ਤੇ ਲਾਗੇ ਬੰਨੇ ਦੇ ਲੋਕਾਂ ਨੇ ਹੈਲਪ ਕੀਤੀ। ਫਿਰ ਇੱਥੇ ਹੀ ਵਿਆਹ ਹੋਇਆ ਸ਼ਮਸ਼ਾਨ ਘਾਟ ਦੇ ਵਿੱਚ, ਇੱਥੋਂ ਹੀ ਡੋਲੀ ਉੱਠੀ ਆ। ਤਾਂ ਇਸ ਵਿਆਹ ਦੀ ਖੂਬ ਚਰਚਾ ਹੈ। ਇੱਕ ਤੇ ਇਹ ਆ ਕਿ ਵੇਖੋ, ਚਲੋ ਆਪਾਂ ਕਹਿੰਦੇ ਹਾਂ ਕਿ ਧੀ ਭੈਣ ਸਭ ਦੀ ਸਾਂਝੀ, ਤੇ ਇੱਕ ਤਾਂ ਉਹ ਜਿਹੜਾ ਸੰਕਲਪ ਹੈ ਸਾਡਾ ਉਹ ਇੱਕ ਉੱਭਰ ਕੇ ਆਇਆ। ਤੇ ਦੂਜੀ ਚੀਜ਼ ਇਹ ਆ ਕਿ ਸ਼ਮਸ਼ਾਨ ਘਾਟ ਦੇ ਵਿੱਚ ਵੀ
ਖੁਸ਼ੀਆਂ ਜਿਹੜੀਆਂ ਜਿਨ੍ਹਾਂ ਲੱਭਣੀਆਂ ਹੁੰਦੀਆਂ ਲੱਭ ਲੈਂਦੇ ਨੇ। ਜੀ ਤਾਂ ਕੁਝ ਲੋਕ ਤੇ ਸ਼ਮਸ਼ਾਨ ਘਾਟ ਤੋਂ ਪਾਸੇ ਹਟਵਾ ਹੋ ਕੇ ਲੰਘ ਜਾਂਦੇ ਆ, ਪਰ ਕੁਝ ਲੋਕ ਮੁਫਲਸੀ ਦੇ ਵਿੱਚ, ਗੁਰਬਤ ਦੇ ਵਿੱਚ ਸ਼ਮਸ਼ਾਨ ਘਾਟ ਨੂੰ ਆਪਣਾ ਆਸ਼ਿਆਨਾ ਵੀ ਬਣਾ ਲੈਂਦੇ ਨੇ। ਜੀ